ਪੀਰੀਅਡ ਕੀਤਾ, ਸਟੋਨ ਏਜ ਕੀਤੀ ਜਿਹਦੇ ਵਿੱਚ ਆਪਾਂ, ਉਸ ਤੋਂ ਬਾਅਦ ਆਪਾਂ ਪ੍ਰੋਟੋਹਿਸਟੋਰਿਕ ਪੀਰੀਅਡ ਕੀਤਾ ਜਿਹਦੇ ਵਿੱਚ ਆਪਾਂ ਸਿੰਧੂ ਘਾਟੀ ਸੱਭਿਅਤਾ ਪੜ੍ਹੀ। ਉਹਦੀਆਂ ਤਕਰੀਬਨ 5 ਵੀਡੀਓ ਆ, ਉਹ ਵੀ ਤੁਸੀਂ ਜ਼ਰੂਰ ਦੇਖਣੀਆਂ ਕਿਉਂਕਿ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਕਰਾਇਆ ਗਿਆ ਤੇ ਉਹਦੇ ਨਾਲ ਤੁਹਾਨੂੰ ਯਾਦ ਰੱਖਣਾ ਵੀ ਸੌਖਾ ਹੋ ਜਾਊਗਾ। ਠੀਕ ਆ। ਤੇ ਉਸ ਤੋਂ ਬਾਅਦ ਆਪਣਾ ਹਿਸਟੋਰਿਕ ਪੀਰੀਅਡ ਸਟਾਰਟ ਹੁੰਦਾ ਵਾ ਜਿਹਦੇ ਵਿੱਚ ਆਪਣਾ ਉਹ ਸਾਹਿਤ ਆ ਜਾਂਦਾ ਵਾ ਜਿਹਦੇ ਵਿੱਚ ਸਾਨੂੰ ਭਾਸ਼ਾ ਮਿਲੀ ਤੇ ਸਾਡੇ ਕੋਲ ਸਾਹਿਤ ਆਇਆ। ਠੀਕ ਆ। ਤੇ ਜਦੋਂ ਅਸੀਂ ਵੈਦਿਕ ਕਾਲ ਦੀ ਗੱਲ ਕਰਦੇ ਤੇ ਵੈਦਿਕ ਕਾਲ ਨੂੰ ਮੈਂ 2 ਤਰੀਕਿਆਂ ਦੇ ਨਾਲ ਤੁਹਾਨੂੰ ਮੈਂ ਕਰਵਾਉਣ ਬਾਰੇ ਦੱਸਿਆ ਸੀ, ਇੱਕ ਵੈਦਿਕ ਕਾਲ ਤੇ ਇੱਕ ਉੱਤਰ ਵੈਦਿਕ ਕਾਲ। ਜਦੋਂ ਅਸੀਂ ਇਕੱਲਾ ਰਿਗਵੈਦਿਕ ਕਾਲ ਜਾਂ ਵੈਦਿਕ ਕਾਲ ਦੀ ਗੱਲ ਕਰਦੇ ਆ ਤਾਂ ਵੈਦਿਕ ਕਾਲ ਦੇ ਨਾਲ ਸੰਬੰਧਿਤ ਸਿਰਫ ਤੇ ਸਿਰਫ ਸਾਡਾ ਰਿਗਵੇਦ ਆ। ਰਿਗਵੇਦ ਬਾਰੇ ਅਸੀਂ ਉਹ ਚੀਜ਼ਾਂ ਪੜ੍ਹ ਚੁੱਕੇ ਆ ਜਿਹੜੀਆਂ ਕਿ ਸਾਡੇ ਪੀਐਸਟੈਟ ਦੇ ਪੇਪਰ ਵਾਸਤੇ ਇੰਪੋਰਟੈਂਟ ਹੈਗੀਆਂ ਵਾ ਤੇ ਉਹ ਆਪਾਂ ਚੀਜ਼ਾਂ ਰਿਗਵੇਦ ਬਾਰੇ ਪੜ੍ਹ ਚੁੱਕੇ ਆ। ਠੀਕ ਆ। ਤੇ ਹੁਣ ਆਪਣਾ ਸਟਾਰਟ ਹੁੰਦਾ ਆ ਉੱਤਰ ਵੈਦਿਕ ਕਾਲ। ਜਦੋਂ ਅਸੀਂ ਉੱਤਰ ਵੈਦਿਕ ਕਾਲ ਦੀ ਗੱਲ ਕਰਦੇ ਆ ਇਹਦੇ ਵਿੱਚ ਸਾਡਾ ਸਾਮਵੇਦ, ਯਜੁਰਵੇਦ ਤੇ ਅਥਰਵੇਦ, ਇਹ ਜਿਹੜੇ 3 ਵੇਦ ਨੇ ਇਹ ਉੱਤਰ ਵੈਦਿਕ ਕਾਲ ਦੇ ਨਾਲ ਸੰਬੰਧਿਤ ਨੇ। ਸਾਮਵੇਦ ਬਾਰੇ ਵੀ ਮੈਂ ਤੁਹਾਨੂੰ ਦੱਸਿਆ ਸੀ ਵੀ 99 ਮੰਤਰ ਇਹਦੇ ਆਪਦੇ ਆ। ਠੀਕ ਹੈ। ਬਾਕੀ ਸਾਰੇ ਮੰਤਰ ਇਹਦੇ ਆ ਜਿਹੜੇ ਆ ਉਹ ਰਿਗਵੇਦ ਵਾਲੇ ਆ। ਜਦੋਂ ਆਪਾਂ ਯਜੁਰਵੇਦ ਦੀ ਗੱਲ ਕਰਦੇ ਆ, ਯਜੁਰਵੇਦ ਬਾਰੇ ਮੈਂ ਤੁਹਾਨੂੰ ਦੱਸਿਆ ਸੀ ਕਿ ਇਹਦੇ ਵਿੱਚ ਜਿਹੜਾ ਵਾ ਜੱਗ ਕਰਨ ਬਾਰੇ ਜਿਹੜੇ ਮੰਤਰ ਆ ਉਹ ਆ ਇਹਦੇ ਵਿੱਚ, ਤੇ ਇਹਦੇ ਕੁੱਲ 40 ਚੈਪਟਰ ਆ। ਇਹ ਮੈਂ ਤੁਹਾਨੂੰ ਦੱਸਿਆ ਸੀ 40 ਚੈਪਟਰ ਆ ਇਹਦੇ। ਠੀਕ ਆ। ਇਹਦੇ ਸਿਰਫ 99 ਮੰਤਰ ਆਪਦੇ, ਬਾਕੀ ਸਾਰੇ ਬਾਕੀ ਕਿਹੜੇ ਨੇ? ਬਾਕੀ ਰਿਗਵੇਦ ਨੇ। ਇਹ ਮੈਂ ਤੁਹਾਨੂੰ ਪਹਿਲਾਂ ਦੀ ਵੀਡੀਓ ਦੇ ਵਿੱਚ ਦੱਸ ਚੁੱਕੀ ਆ। ਠੀਕ ਆ। ਅਰਥਵੇਦ ਆ ਜਿਹੜਾ, ਇਹਦੇ ਵਿੱਚ ਜਾਦੂ ਟੂਣਿਆਂ ਵਾਲੇ ਤੇ ਭੂਤਾਂ ਚੜੇਲਾਂ ਨੂੰ ਭਜਾਉਣ ਵਾਲੇ ਮੰਤਰ ਆ। ਠੀਕ ਹੈ। ਇਹਦੇ ਬਾਰੇ ਆਪਾਂ ਪਹਿਲਾਂ ਪੜ੍ਹ ਚੁੱਕੇ ਆ। ਇੱਥੇ ਮੈਂ ਮੋਟੇ ਤੌਰ ਤੇ ਤੁਹਾਨੂੰ ਇਹ ਦੱਸ ਰਹੀ ਹਾਂ ਵੀ ਜਿਹੜਾ ਸਾਡਾ ਸਾਮਵੇਦ, ਯਜੁਰਵੇਦ ਤੇ ਅਥਰਵੇਦ ਨੇ ਇਹ ਉੱਤਰ ਵੈਦਿਕ ਕਾਲ ਦੇ ਨਾਲ ਸੰਬੰਧਿਤ ਨੇ। ਠੀਕ ਹੈ। ਇੱਕ ਪੁਆਇੰਟ ਤੁਸੀਂ ਲਿਖ ਲੈਣਾ ਵਾ ਉੱਤਰ ਵੈਦਿਕ ਕਾਲ ਦਾ, ਬਹੁਤ ਹੀ ਜ਼ਰੂਰੀ, ਕਿਉਂਕਿ ਉਹ ਸਭ ਤੋਂ ਮੇਨ ਪੁਆਇੰਟ ਕੀ ਆ? ਕੀ ਪੁਆਇੰਟ ਉੱਤਰ ਵੈਦਿਕ ਕਾਲ ਦਾ ਕੀ ਆ ਵੀ ਉੱਤਰ ਵੈਦਿਕ ਕਾਲ ਦੇ ਵਿੱਚ ਹੀ ਸਾਡੇ ਲੋਹੇ ਦੀ, ਆਇਰਨ ਦੀ ਖੋਜ ਹੋ ਚੁੱਕੀ ਸੀ। ਲੋਹੇ ਦੀ ਖੋਜ ਉੱਤਰ ਵੈਦਿਕ ਕਾਲ ਦੇ ਵਿੱਚ ਹੋ ਚੁੱਕੀ ਸੀ। ਠੀਕ ਹੈ। ਹੁਣ ਅਸੀਂ ਗੱਲ ਕਰਾਂਗੇ ਕਿ ਉੱਤਰ ਵੈਦਿਕ ਕਾਲ ਵਿੱਚ ਸਾਡੇ ਤੋਂ ਇਹੋ ਹੀ 3 ਗ੍ਰੰਥ ਨੇ? ਨਹੀਂ, ਇਹਦੇ ਵਿੱਚ ਹੋਰ ਵੀ ਬਹੁਤ ਸਾਹਿਤ ਸਾਨੂੰ ਮਿਲਦਾ ਵਾ। ਇੱਧਰ ਦੇਖੋ, ਇਸ ਤੋਂ ਬਿਨਾਂ ਬ੍ਰਾਹਮਣ ਗ੍ਰੰਥ ਹੋ ਗਏ। ਠੀਕ ਹੈ। ਅੰਡਰਲਾਈਨ ਕਰ ਦਿੰਨੀ ਆ ਮੈਂ। ਬ੍ਰਾਹਮਣ ਗ੍ਰੰਥ ਹੋ ਗਏ, ਆਰਣਿਕ ਗ੍ਰੰਥ ਹੋ ਗਏ, ਉਪਨਿਸ਼ਦ ਹੋ ਗਏ, 18 ਪ੍ਰਾਣ। ਠੀਕ ਹੈ। ਇਹ ਸਾਹਿਤ ਵੀ ਉੱਤਰ ਵੈਦਿਕ ਕਾਲ ਦਾ ਹੀ ਹਿੱਸਾ ਹੈ। ਸਮਝ ਲੱਗੀ ਨਾ? ਇਹਨਾਂ 3 ਵੇਦ ਆ ਜਿਹੜੇ 3 ਆਪਣੇ ਗ੍ਰੰਥ ਹੈਗੇ ਨੇ, ਸਾਮਵੇਦ, ਯਜੁਰਵੇਦ, ਅਥਰਵੇਦ, ਇਹਨਾਂ 3 ਤੋਂ ਬਿਨਾ ਆਰਣਿਕ ਗ੍ਰੰਥ ਹੋ ਗਏ, ਬ੍ਰਾਹਮਣ ਗ੍ਰੰਥ ਹੋ ਗਏ, ਉਪਨਿਸ਼ਦ ਹੋ ਗਏ, 18 ਪ੍ਰਾਣ ਹੋ ਗਏ, ਇਹ ਵੀ ਉੱਤਰ ਵੈਦਿਕ ਕਾਲ ਦਾ ਹੀ ਸਾਹਿਤ ਆ। ਠੀਕ ਹੈ। ਯਾਦ ਰੱਖਣਾ। ਇਸ ਤੋਂ ਇਲਾਵਾ 6 ਵਿਦਾਂਗ ਅਤੇ 6 ਦਰਸ਼ਨ ਸ਼ਾਸਤਰ ਪੀਐਸਟੈਟ ਵਜੋਂ ਪੜ੍ਹਨੇ ਜ਼ਰੂਰੀ ਹਨ। ਇਹ ਮੈਂ ਲਾਈਨ ਤਾਂ ਲਿਖੀ ਆ ਕਿ ਜਦੋਂ ਸਾਨੂੰ 6 ਵਿਦਾਂਗ ਤੇ ਜਾਂ ਸਾਨੂੰ ਦਰਸ਼ਨ ਸ਼ਾਸਤਰ ਦੇ ਵਿੱਚੋਂ ਕੁਐਸਚਨ ਆਉਂਦਾ ਨਾ, ਆਪਾਂ ਕਹਿੰਦੇ ਆ ਵੀ ਇਹ ਕਿਹੜਾ ਨਾਥ ਜੋਗੀਆਂ ਵਾਲਾ ਸਾਹਿਤ ਚੱਕ ਕੇ ਪਾਤਾ, ਵੀ ਏਸ਼ੀਅਨ ਹਿਸਟਰੀ ਤਾਂ ਬਾਹਲੀ ਔਖੀ ਪਾਈ ਆ, ਪਤਾ ਨਹੀਂ ਕਿੱਥੋਂ ਚੱਕ ਕੇ ਪਾਤੀ ਆ। ਪਰ ਅਸਲ ਦੀ ਤੇ ਇਹ ਹੁੰਦੀ ਆ ਵੀ ਅਸੀਂ ਪੜ੍ਹੀ ਨਹੀਂ ਹੁੰਦੀ। ਹੁਣ ਵੇਖੋ, ਸਾਮਵੇਦ ਬਾਰੇ ਅਕਸਰ ਸਾਨੂੰ ਕਾਮਨਲੀ ਪਤਾ ਕਿਉਂਕਿ ਅਸੀਂ ਬਹੁਤ ਵਾਰੀ ਪੜ੍ਹ ਚੁੱਕੇ। ਯਜੁਰਵੇਦ ਬਾਰੇ ਵੀ ਸਾਨੂੰ ਪਤਾ, ਯਾਨੀ ਕਿ ਇਹ ਸਾਡੇ ਜਿਹੜੇ 4 ਵੇਦ ਨੇ ਇਹਨਾਂ ਬਾਰੇ ਸਾਨੂੰ ਪਤਾ ਆ। ਠੀਕ ਹੈ। ਅਸਲ ਦੇ ਵਿੱਚ ਅਸੀਂ ਉਹ ਚੀਜ਼ਾਂ ਸਕਿਪ ਕਰ ਜਾਂਦੇ ਆ ਜਿਹੜੀਆਂ ਕਿ ਅਸੀਂ ਔਖੀਆਂ ਵੇਖ ਕੇ ਛੱਡ ਦਿੰਦੇ ਆ, ਪਰ ਇਹਨਾਂ ਦੇ ਵਿੱਚ ਕੁਝ ਔਖਾ ਨਹੀਂ ਆ। ਜਿਹੜੀ ਚੀਜ਼ ਮੈਂ ਤੁਹਾਨੂੰ ਅੱਜ ਇਹਨਾਂ 3 ਵੇਦਾਂ ਤੋਂ ਬਿਨਾਂ ਕਰਾਉਣ ਜਾ ਰਹੀ ਆ, ਠੀਕ ਆ, ਤੇ ਜਿੰਨਾ ਮਰਜ਼ੀ ਔਖਾ ਕੁਐਸਚਨ ਆ ਜਾਏ ਉੱਤਰ ਵੈਦਿਕ ਕਾਲ ਦੇ ਵਿੱਚੋਂ 100% ਤੁਸੀਂ ਵਧੀਆ ਕਰਕੇ ਆਓਗੇ। ਦੇਖੋ ਹੁਣ ਸਾਡੇ ਵਿਦਾਂਗ ਕਿੰਨੇ ਨੇ? 6 ਵਿਦਾਂਗ ਨੇ ਸਾਡੇ। ਠੀਕ ਆ। ਤੇ ਦਰਸ਼ਨ ਸ਼ਾਸਤਰ ਕਿੰਨੇ ਨੇ? ਸਾਡੇ 6 ਨੇ। ਠੀਕ ਹੈ। ਇਹਨਾਂ ਬਾਰੇ ਆਪਾਂ ਪੜ੍ਹ ਲੈਣਾ ਵਾ, ਯਾਨੀ ਕਿ ਇਹਨਾਂ ਬਾਰੇ ਆਪਾਂ ਨੂੰ ਕੁਐਸਚਨ ਕਿੱਦਾਂ ਆਉਣਾ ਉਹ ਵੀ ਮੈਂ ਤੁਹਾਨੂੰ ਦੱਸੂਗੀ। ਠੀਕ ਹੈ। ਜਿਹੜਾ ਵਿਦਾਂਗ ਕਿਹੜੇ ਨੇ ਸਾਡੇ? ਵਿਆਕਰਨ, ਜੋਤਿਸ਼, ਨਿਰੁਕਤ, ਕਲਪ, ਸਿੱਖਿਆ, ਛੰਦ। ਵਿਆਕਰਨ, ਜੋਤਿਸ਼, ਨਿਰੁਕਤ, ਕਲਪ, ਸਿੱਖਿਆ, ਛੰਦ। ਹੁਣ ਇੱਥੇ ਸਾਨੂੰ ਕੁਐਸਚਨ ਪਤਾ ਕਿੱਦਾਂ ਆਉਣਾ? ਸਾਨੂੰ ਕੁਐਸਚਨ ਆਉਣਾ ਵਾ ਹੇਠ ਲਿਖਿਆਂ ਵਿੱਚੋਂ ਕਿਹੜਾ ਵਿਦਾਂਗ ਨਹੀਂ ਹੈ। ਠੀਕ ਹੈ। ਹੇਠ ਲਿਖਿਆਂ ਵਿੱਚੋਂ ਕਿਹੜਾ ਵਿਦਾਂਗ ਨਹੀਂ? ਮੰਨ ਲਓ ਉਹਨਾਂ ਨੇ ਇਹਨਾਂ ਵਿੱਚੋਂ ਕੋਈ 3 ਦੇ ਤੇ ਕੋਈ ਉਹਨਾਂ ਨੇ ਲਿਖਤਾ ਵੈਸ਼ੇਸ਼ਿਕ ਸ਼ਾਸਤਰ, ਤੇ ਇਹ ਤੇ ਸਾਡੇ ਦਰਸ਼ਨ ਸ਼ਾਸਤਰ ਨੇ। ਵਿਦਾਂਗ ਤੇ ਸਾਡੇ ਆ ਨੇ। ਸਾਨੂੰ ਡਿਫਰੈਂਸ ਪਤਾ ਹੋਣਾ ਚਾਹੀਦਾ ਕਿਹੜੇ ਵਿਦਾਂਗ ਨੇ, ਕਿਹੜੇ ਦਰਸ਼ਨ ਸ਼ਾਸਤਰ ਨੇ। ਜਾਂ ਫਿਰ ਸਾਨੂੰ ਏਦਾਂ ਵੀ ਆ ਸਕਦਾ ਵਾ ਵੀ ਹੇਠ ਲਿਖਿਆਂ ਵਿੱਚੋਂ ਕਿਹੜੇ ਵਿਦਾਂਗ ਨੇ ਤੇ ਕਿਹੜਾ ਇੱਕ ਜਿਹੜਾ, ਕਿਹੜੇ 3 ਵਿਦਾਂਗ ਨੇ, ਤੇ ਹੋ ਸਕਦਾ ਇੱਕ ਵਿੱਚ ਗਲਤ ਦਿੱਤਾ ਹੋਵੇ, ਹੋ ਸਕਦਾ 3 ਗਲਤ ਦਿੱਤੇ ਹੋਣ।
ਲੱਗ ਗਈ ਨਾ ਸਮਝ। ਇਸ ਤਰੀਕੇ ਦੇ ਨਾਲ ਜਿਹੜਾ ਵਾ ਤਿਆਰੀ ਕਰਕੇ ਆਪਾਂ ਨੇ ਜਾਣੀ ਆ, ਠੀਕ ਆ। ਇਹਨਾਂ 3 ਵੇਦਾਂ ਤੋਂ ਬਿਨਾਂ ਅੱਜ ਆਪਾਂ ਇਹ ਵਾਲਾ ਥੋੜਾ ਜਿਹਾ ਸਾਹਿਤ ਪੜ੍ਹਨਾ ਵਾ। ਜੋ ਮਤਲਬ ਮੇਰੀ ਕੋਸ਼ਿਸ਼ ਇਹ ਆ ਕਿ ਏਸ਼ੀਅਨ ਹਿਸਟਰੀ ਦੇ ਵਿੱਚੋਂ ਕੋਈ ਵੀ MCQ ਆ ਜੇ ਤੁਹਾਡਾ, ਇੱਥੋਂ ਮੈਂ ਕਢਵਾਉਂਗੀ ਵੀ ਤੁਸੀਂ ਕਿਵੇਂ ਕਰਨੇ ਨੇ, ਠੀਕ ਆ। ਸਾਡੇ ਵਿਦਾਂਗ ਕਿਹੜੇ ਨੇ? ਵਿਆਕਰਨ, ਜੋਤਿਸ਼, ਨਿਰੁਕਤ, ਕਲਪ, ਸਿੱਖਿਆ, ਛੰਦ, ਠੀਕ ਹੈ। ਇਹ ਮੈਨੂੰ ਕਿੱਦਾਂ ਯਾਦ ਹੋਏ? ਮੈਂ ਵੀ ਵਾਰੀ ਪੜ੍ਹੇ। ਇੱਕ ਚੀਜ਼ ਤੁਸੀਂ ਰੱਟਾ ਨਹੀਂ ਲਾਉਣਾ। ਮੈਂ ਆਪਣੀ ਹਰ ਇੱਕ ਕਲਾਸ ਦੇ ਵਿੱਚ ਇਹੀ ਕਹਿੰਦੀ ਵੀ ਤੁਸੀਂ ਰੱਟਾ ਨਹੀਂ ਲਾਉਣਾ, ਠੀਕ ਆ। ਵਿਆਕਰਨ, ਜੋਤਿਸ਼, ਨਿਰੁਕਤ, ਕਲਪ, ਸਿੱਖਿਆ, ਛੰਦ ਵਾਰੀ ਪੜ੍ਹਨਾ, ਠੀਕ ਹੈ। ਜੇ ਹੁਣ ਪੜਿਆ, ਹੁਣ ਮੇਰੀ ਕਲਾਸ ਲਾਈ ਤੁਸੀਂ, ਜਿਵੇਂ ਨੋਟ ਕੀਤਾ ਹਨਾ ਵੀ ਤੁਸੀਂ ਲਿਖ ਰਹੇ ਹੋ ਨਾਲ ਦੀ ਨਾਲ, ਠੀਕ ਆ। ਸ਼ਾਮ ਨੂੰ ਪੜਿਆ, ਸਵੇਰੇ ਉੱਠ ਕੇ ਫਿਰ ਪੜਿਆ, 1-2 ਵਾਰੀ, ਮਤਲਬ ਦਿਨ ਦੇ ਵਿੱਚ ਤੁਸੀਂ 1-2 ਵਾਰੀ ਅੱਖਾਂ ਥਾਣੀ ਕੱਢਦੇ ਹੋ ਤੇ ਉਹ ਚੀਜ਼ਾਂ ਆਟੋਮੈਟਿਕਲੀ ਸਾਡੇ ਦਿਮਾਗ ਦੇ ਵਿੱਚ ਫਿੱਟ ਹੋ ਜਾਂਦੀਆਂ। ਵਿਆਕਰਨ, ਜੋਤਿਸ਼, ਨਿਰੁਕਤ, ਕਲਪ, ਸਿੱਖਿਆ, ਛੰਦ, ਇਹ ਸਾਡੇ 6 ਕੀ ਨੇ? ਵਿਦਾਂਗ ਨੇ। ਹੁਣ ਆ ਜਾਓ ਸਾਡੇ 6 ਦਰਸ਼ਨ ਸ਼ਾਸਤਰ ਕਿਹੜੇ ਨੇ? ਯੋਗ ਸ਼ਾਸਤਰ, ਇਹ ਤਾਂ ਸਾਨੂੰ ਆਮ ਹੀ ਪਤਾ, ਪਤੰਜਲੀ। ਯੋਗ ਸ਼ਾਸਤਰ ਕਿਹਦਾ ਹੈ? ਪਤੰਜਲੀ ਦਾ, ਠੀਕ ਹੈ। ਇਹ ਤੁਸੀਂ ਜਿਹੜਾ ਵਾ ਬਾਬੇ ਰਾਮਦੇਵ ਤੋਂ ਯਾਦ ਰੱਖ ਲੈਣਾ, ਠੀਕ ਹੈ। ਬਾਬੇ ਰਾਮਦੇਵ ਤੋਂ ਤੁਸੀਂ ਯਾਦ ਰੱਖ ਲੈਣਾ ਵਾ ਯੋਗ ਸ਼ਾਸਤਰ, ਪਤੰਜਲੀ। ਉਸ ਤੋਂ ਬਾਅਦ ਆਉਂਦਾ ਵਾ ਸਾਡਾ ਨਿਆਂ ਸ਼ਾਸਤਰ। ਨਿਆਂ ਸ਼ਾਸਤਰ ਹੈਗਾ ਵਾ ਗੌਤਮ ਦਾ, ਠੀਕ ਹੈ। ਨਿਆਂ ਸ਼ਾਸਤਰ ਕਿਸ ਦਾ ਆ? ਗੌਤਮ ਦਾ। ਉਸ ਤੋਂ ਬਾਅਦ ਆ ਜਾਂਦਾ ਸਾਡਾ ਵਿਸ਼ੇਸ਼ਿਕ ਸ਼ਾਸਤਰ। ਵਿਸ਼ੇਸ਼ਿਕ ਸ਼ਾਸਤਰ ਇਹ ਹੈਗਾ ਵਾ ਕਨਾਦ ਦਾ। ਕਿਹਦਾ? ਕਨਾਦ ਦਾ। ਉਸ ਤੋਂ ਬਾਅਦ ਆਂਦਾ ਇੱਕ ਹੈਗਾ ਸਾਡਾ ਉੱਤਰ ਮਸੀਸਾ, ਇੱਕ ਸਾਡਾ ਹੈਗਾ ਪੂਰਬ ਮਸੀਸਾ। ਜਿਹੜਾ ਪੂਰਬ ਮਸੀਸਾ ਵਾ ਉਹ ਲਿਖਿਆ ਸੀ ਜਾਮਨੀ ਨੇ। ਜਿਹੜਾ ਉੱਤਰ ਮਸੀਸਾ ਵਾ ਉਹ ਹੈਗਾ ਵਾ ਬਦਰਯਾਨ ਵਿਆਸ ਦਾ। ਬਦਰਯਾਨ ਵਿਆਸ ਦਾ, ਠੀਕ ਹੈ। ਉਸ ਤੋਂ ਬਾਅਦ ਹੈਗਾ ਸਾਡਾ ਸਿੱਖਿਆ ਸ਼ਾਸਤਰ। ਸਿੱਖਿਆ ਸ਼ਾਸਤਰ ਕਿਹਦਾ ਆ? ਕਪਿਲ ਰਿਸ਼ੀ ਦਾ। ਇਹਦੇ ਵਿੱਚੋਂ ਆ 3 ਤੇ ਸੌਖੇ ਆ। ਪਤੰਜਲੀ ਵਾਲਾ ਹੋ ਗਿਆ, ਨਿਆਂ ਸ਼ਾਸਤਰ ਹੋ ਗਿਆ ਤੇ ਸਿੱਖਿਆ ਸ਼ਾਸਤਰ ਹੋ ਗਿਆ ਕਪਿਲ ਰਿਸ਼ੀ ਦਾ। ਤੇ ਆਹ 3 ਤੁਸੀਂ ਯਾਦ ਕਰ ਲਓ। ਕੀ ਔਖਾ ਆ? ਮੈਂ ਨਹੀਂ ਮੰਨਦੀ ਕੁਝ ਔਖਾ ਵਾ, ਠੀਕ ਹੈ। ਜਦੋਂ ਅਸੀਂ 6 ਦਰਸ਼ਨ ਸ਼ਾਸਤਰ ਪੜ੍ਹਨੇ ਆ, ਯੋਗ ਸ਼ਾਸਤਰ ਪਤੰਜਲੀ ਦਾ ਵਾ ਵੈਰੀ ਈਜ਼ੀ ਆ, ਨਿਆਂ ਸ਼ਾਸਤਰ ਗੌਤਮ ਦਾ ਵੈਰੀ ਈਜ਼ੀ ਆ, ਸਿੱਖਿਆ ਸ਼ਾਸਤਰ ਕਪਿਲ ਰਿਸ਼ੀ ਦਾ ਵੈਰੀ ਈਜ਼ੀ ਆ, ਤੇ ਆਹ 3 ਨੂੰ ਵਾਰੀ ਪੜ੍ਹ ਲਓ ਨਾ। ਕੀ ਔਖਾ ਇਹਦੇ ਵਿੱਚ, ਠੀਕ ਹੈ। ਹੁਣ ਸਾਨੂੰ ਆਪਾਂ ਇੱਕ ਵਾਰੀ ਰਿਵੀਜ਼ਨ ਕਰ ਲੈਂਦੇ। ਵਿਦਾਂਗ ਕਿਹੜੇ ਹੈਗੇ ਆ ਸਾਡੇ? ਵਿਆਕਰਨ, ਜੋਤਿਸ਼, ਨਿਰੁਕਤ, ਕਲਪ, ਸਿੱਖਿਆ, ਛੰਦ ਸਾਡੇ ਕੀ ਨੇ? ਵਿਦਾਂਗ ਨੇ। ਦਰਸ਼ਨ ਸ਼ਾਸਤਰ ਸਾਡੇ ਕਿਹੜੇ ਨੇ? ਯੋਗ ਸ਼ਾਸਤਰ ਪਤੰਜਲੀ ਦਾ, ਨਿਆਂ ਸ਼ਾਸਤਰ ਗੌਤਮ ਦਾ, ਵਿਸ਼ੇਸ਼ਿਕ ਸ਼ਾਸਤਰ ਕਨਾਦ ਦਾ, ਪੂਰਬ ਮਸੀਸਾ ਯਾਮਨੀ ਦਾ, ਉੱਤਰ ਮਸੀਸਾ ਬਦਰਯਾਨ ਵਿਆਸ ਦਾ ਤੇ ਸਿੱਖਿਆ ਸ਼ਾਸਤਰ ਕਪਿਲ ਰਿਸ਼ੀ ਦਾ, ਠੀਕ ਹੈ। ਇਹ ਜਿਹੜਾ ਮੈਂ ਤੁਹਾਨੂੰ ਕਰਵਾ ਰਹੀ ਹਾਂ ਨਾ, ਜਿੰਨਾ ਵੀ ਏਸ਼ੀਅਨ ਹਿਸਟਰੀ, ਇਹ ਬੇਟਾ ਜੀ NCERT ਬੇਸਡ ਆ, ਠੀਕ ਹੈ। NCERT ਬੇਸਡ। ਤੁਸੀਂ NCERT ਦੇ ਵਜੋਂ ਹਿੰਦੀ ਮੀਡੀਅਮ ਦੇ ਵਿੱਚ ਏਸ਼ੀਅਨ ਹਿਸਟਰੀ ਚੱਕ ਕੇ ਵੇਖ ਲਓ, ਤੁਹਾਨੂੰ ਇਹੋ ਹੀ ਕੰਟੈਂਟ ਮਿਲੂਗਾ ਜਿਹੜਾ ਕਿ ਮੈਂ ਤੁਹਾਨੂੰ ਪੰਜਾਬੀ ਚ ਕਨਵਰਟ ਕਰਕੇ ਕਰਵਾ ਰਹੀ ਹਾਂ, ਠੀਕ ਹੈ। ਉਹ ਵੀ ਬਿਨਾਂ ਕਿਸੇ ਫੀਸ ਦੇ, ਠੀਕ ਹੈ। ਠੀਕ ਹੈ। ਤੇ ਇਹ ਹੋ ਗਏ ਨੇ ਸਾਡੇ 6 ਵਿਦਾਂਗ ਤੇ 6 ਦਰਸ਼ਨ ਸ਼ਾਸਤਰ। ਇਹਨਾਂ ਤੋਂ ਬਿਨਾ ਮਹਾਭਾਰਤ ਤੇ ਰਾਮਾਇਣ ਬਾਰੇ ਸਾਨੂੰ ਕਾਮਨਲੀ ਪਤਾ। ਮਹਾਭਾਰਤ ਜਿਹੜੀ ਉਹ ਵੇਦ ਵਿਆਸ ਜੀ ਨੇ ਲਿਖੀ ਹੋਈ ਆ। ਜਿਹੜੀ ਰਾਮਾਇਣ ਆ ਉਹ ਮਹਾਰਿਸ਼ੀ ਵਾਲਮੀਕ ਦੀ ਆ। ਮਹਾਭਾਰਤ ਦੇ ਵਿੱਚ ਕੀ ਆ? ਕੌਰਵਾਂ ਤੇ ਪਾਂਡਵਾਂ ਦੇ ਬਾਰੇ ਆ। ਰਾਮਾਇਣ ਦੇ ਵਿੱਚ ਕੀ ਆ? ਸਾਡੇ ਭਗਵਾਨ ਸ਼੍ਰੀ ਰਾਮਚੰਦਰ ਜੀ ਬਾਰੇ ਆ, ਠੀਕ ਆ। ਸੋ ਇਹ ਹੈਗਾ ਵਾ ਸਾਡਾ ਉੱਤਰ ਵੈਦਿਕ ਕਾਲ ਦਾ ਸਾਹਿਤ। ਜੇ ਤੁਸੀਂ ਉੱਤਰ ਵੈਦਿਕ ਕਾਲ ਦਾ ਸਾਹਿਤ ਪੜ੍ਹਨ ਜਾ ਰਹੇ ਹੋ, ਇਹਨਾਂ ਚੀਜ਼ਾਂ ਤੋਂ ਐਕਸਟਰਾ ਕੁਝ ਵੀ ਪੜ੍ਹਨ ਦੀ ਲੋੜ ਨਹੀਂ। ਇਹਦੇ ਤੋਂ ਬਾਹਰ ਕੁਝ ਵੀ ਪੜ੍ਹਨ ਦੀ ਲੋੜ ਨਹੀਂ ਆ। ਜੋ ਚੀਜ਼ ਇਹ ਤੋਂ ਅੱਗੇ ਆਪਾਂ ਪੜ੍ਹਨੀ ਆ ਉਹ ਤੁਹਾਨੂੰ ਮੈਂ ਦੱਸ ਦਿੰਨੀ ਆ ਵੀ ਇਸ ਤੋਂ ਅੱਗੇ ਆਪਾਂ ਕੀ ਪੜ੍ਹਨਾ ਹੈ, ਠੀਕ ਹੈ। ਇਸ ਤੋਂ ਅੱਗੇ ਆਪਾਂ ਕਰਦੇ ਆ ਹੁਣ ਇਸ ਤੋਂ ਬਾਅਦ ਅਸੀਂ ਕਰਾਂਗੇ ਉੱਤਰ ਵੈਦਿਕ ਕਾਲ ਦੀ ਸਮਾਜਿਕ ਦਸ਼ਾ, ਧਾਰਮਿਕ ਦਸ਼ਾ ਤੇ ਆਰਥਿਕ ਦਸ਼ਾ। ਸੇਮ ਉਵੇਂ ਹੀ ਜਦੋਂ ਅਸੀਂ ਵੈਦਿਕ ਕਾਲ ਕੀਤਾ ਸੀ ਤੇ ਵੈਦਿਕ ਕਾਲ ਦੇ ਵੀ ਆਪਾਂ ਧਾਰਮਿਕ ਪੱਖ ਵੀ ਕੀਤਾ ਸੀ, ਫਿਰ ਆਪਾਂ ਉਹਦਾ ਰਾਜਨੀਤਿਕ ਪੱਖ ਵੀ ਕੀਤਾ ਸੀ, ਫਿਰ ਆਪਾਂ ਉਹਦਾ ਸਮਾਜਿਕ ਪੱਖ ਵੀ ਕੀਤਾ ਸੀ, ਠੀਕ ਹੈ, ਤੇ ਆਰਥਿਕ ਪੱਖ ਵੀ ਕੀਤਾ ਸੀ। ਜਦੋਂ ਆਪਾਂ ਉਹਦਾ ਧਾਰਮਿਕ ਪੱਖ ਕੀਤਾ ਸੀ ਉਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਵੀ ਉਹਦੇ ਵਿੱਚ ਮੈਂ ਤੁਹਾਨੂੰ ਇਹ ਵੀ ਦੱਸਿਆ ਵੀ ਉੱਤਰ ਵੈਦਿਕ ਕਾਲ ਦੇ ਵਿੱਚ ਦੇਵਤੇ ਜਾ ਕੇ ਬਦਲ ਜਾਣੇ ਆ। ਉਹਦੇ ਵਿੱਚ ਇੰਦਰ ਸੀਗਾ, ਸੋਮ ਸੀਗਾ, ਹਨਾ, ਰੁਦਰ ਸੀਗਾ। ਆਪਾਂ ਕਈ ਤਰ੍ਹਾਂ ਦੇ ਦੇਵਤੇ 6-7 ਤਰ੍ਹਾਂ ਦੇ ਦੇਵਤੇ ਆਪਾਂ ਕੀਤੇ ਸੀ। ਸੋ ਜਿਵੇਂ ਮੈਂ ਤੁਹਾਨੂੰ ਉਦੋਂ ਦੱਸਿਆ ਸੀ ਵੀ ਜਦੋਂ ਅਸੀਂ ਵੈਦਿਕ ਕਾਲ ਦੇ ਵਿੱਚ ਤੁਹਾਨੂੰ ਮੈਂ ਦੱਸਿਆ ਸੀ ਨਾ ਕਿ ਉਹਨਾਂ ਦਾ ਪ੍ਰਮੁੱਖ ਕਿੱਤਾ ਪਸ਼ੂ ਪਾਲਣ ਸੀ,
ਤੇ ਮੈਂ ਤੁਹਾਨੂੰ ਇਹ ਵੀ ਕਿਹਾ ਸੀ ਵੀ ਉੱਤਰ ਵੈਦਿਕ ਕਾਲ ਦੇ ਵਿੱਚ ਜਾ ਕੇ ਕਿੱਤਾ ਬਦਲ ਜਾਣਾ ਵਾ, ਉੱਤਰ ਵੈਦਿਕ ਕਾਲ ਦਾ ਖੇਤੀਬਾੜੀ ਆ ਜਾਣਾ ਵਾ। ਠੀਕ ਹੈ, ਇਸ ਕਰਕੇ ਤੁਸੀਂ ਇਸ ਤਰ੍ਹਾਂ ਕੋਰਿਲੇਟਡ ਕਰਕੇ ਚੀਜ਼ਾਂ ਨੂੰ ਪੜ੍ਹਿਆ ਕਰੋ, ਫਿਰ ਸਾਨੂੰ ਵਧੀਆ ਤਰੀਕੇ ਦੇ ਨਾਲ ਯਾਦ ਹੁੰਦਾ ਵਾ। ਸਭ ਤੋਂ ਪਹਿਲਾਂ ਆਪਾਂ ਸਮਾਜਿਕ ਪੱਖ ਪੜਾਂਗੇ। ਠੀਕ ਹੈ, ਸਮਾਜਿਕ ਪੱਖ ਕੀ ਕਹਿੰਦਾ ਵੀ ਸਮਾਜਿਕ ਪੱਖ ਦੇ ਵਿੱਚ ਅਸੀਂ ਇਹ ਪੜਾਂਗੇ ਵੀ ਜਿਹੜਾ ਮਨੁੱਖ ਦਾ ਜੀਵਨ ਹੀ, ਵਿਅਕਤੀ ਦਾ ਜੀਵਨ ਸੀ, ਉਹਨੂੰ ਚਾਰ ਹਿੱਸਿਆਂ ਦੇ ਵਿੱਚ ਵੰਡਿਆ ਸੀ। ਕਿੱਦਾਂ ਵੰਡਿਆ ਸੀ? ਇੱਕ ਹੈਗਾ ਹੀ ਬ੍ਰਹਮਚਾਰੀਆ। ਬ੍ਰਹਮਚਾਰੀਆ ਕਿਹੜਾ ਹਿੱਸਾ ਸੀ ਜੀਵਨ ਦਾ? ਯਾਨੀ ਕਿ ਜਨਮ ਤੋਂ ਲੈ ਕੇ 0 ਤੋਂ ਲੈ ਕੇ 25 ਸਾਲ ਤੱਕ, 0 ਤੋਂ 25 ਸਾਲ ਤੱਕ ਦੀ ਜਿਹੜੀ ਉਮਰ ਸੀ ਉਹਨੂੰ ਬ੍ਰਹਮਚਾਰੀਆ ਕਹਿੰਦੇ ਸੀ। ਠੀਕ ਹੈ, ਉਸ ਤੋਂ ਬਾਅਦ 25 ਤੋਂ 50 ਤੱਕ ਯਾਨੀ ਕਿ ਗ੍ਰਹਿਸਥੀ ਜੀਵਨ, ਯਾਨੀ ਕਿ ਮਰਦ ਜਿਹੜਾ ਸੀ ਵਿਆਹ ਕਰਵਾ ਲੈਂਦਾ ਸੀ, ਪਰਿਵਾਰਿਕ ਜੀਵਨ ਬਤੀਤ ਕਰ ਸਕਦਾ ਸੀ 25 ਤੋਂ 50 ਤੱਕ ਦੀ ਉਮਰ ਵਿੱਚ। ਠੀਕ ਹੈ, ਜਦੋਂ ਉਹ 50 ਸਾਲ ਦਾ ਹੁੰਦਾ ਬਾਨਪ੍ਰਸਥ, ਯਾਨੀ ਕਿ ਉਹ ਕੀ ਕਰਦਾ ਸੀ? ਬਾਨਪ੍ਰਸਥ ਯਾਨੀ ਕਿ ਉਹ ਪਰਿਵਾਰ ਤੋਂ ਬਿਨਾਂ ਅਲੱਗ ਰਹਿਣਾ ਸ਼ੁਰੂ ਕਰ ਦਿੰਦਾ ਸੀ 50 ਤੋਂ 75 ਤੱਕ ਦੀ ਏਜ ਦੇ ਵਿੱਚ। ਜਦੋਂ ਉਹ 75 ਤੋਂ ਸ਼ੁਰੂ ਹੋ ਜਾਂਦਾ ਵਾ, 75 ਸਾਲ ਦੀ ਉਮਰ ਜਦੋਂ ਉਹਦੀ ਹੋ ਜਾਂਦੀ ਆ, ਫਿਰ ਉਹ ਸੰਨਿਆਸ ਲੈ ਲੈਂਦਾ ਸੀ, ਯਾਨੀ ਕਿ ਘਰ-ਬਾਰ ਤਿਆਗ ਦਿੰਦਾ ਸੀ। ਸੋ ਇਹ 4 ਤਰੀਕਿਆਂ ਦੇ ਨਾਲ ਉਹਨਾਂ ਨੇ ਮਨੁੱਖ ਦੇ ਜੀਵਨ ਨੂੰ ਦੱਸਿਆ ਸੀਗਾ, ਵਿਅਕਤੀ ਦੇ ਜੀਵਨ ਨੂੰ ਦੱਸਿਆ ਸੀ। ਇਹ ਬਸ ਤੁਸੀਂ ਏਜ ਯਾਦ ਰੱਖਣੀ ਆ, ਬ੍ਰਹਮਚਾਰੀਆ 0 ਤੋਂ 25, ਗ੍ਰਹਿਸਥੀ 25 ਤੋਂ 50, ਬਾਨਪ੍ਰਸਥ 50 ਤੋਂ 75, ਸੰਨਿਆਸ 75 ਤੋਂ 100। ਵੈਰੀ ਈਜ਼ੀ ਆ। ਠੀਕ ਆ, ਇਹਦੇ ਵਿੱਚ ਕੁਝ ਵੀ ਔਖਾ ਨਹੀਂ ਆ। ਤੇ ਇਹਦੇ ਵਿੱਚ ਮੈਂ ਤੁਹਾਨੂੰ ਜਦੋਂ ਆਪਾਂ ਵੈਦਿਕ ਕਾਲ ਪੜ੍ਹਿਆ ਸੀ ਤੇ ਉਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਵੀ ਵੈਦਿਕ ਕਾਲ ਦੇ ਵਿੱਚ ਔਰਤਾਂ ਦੀ ਜਿਹੜੀ ਹਾਲਤ ਸੀ ਉਹ ਬਹੁਤ ਹੀ ਵਧੀਆ, ਇਹਨਾਂ ਨੂੰ ਪੜ੍ਹਾਇਆ ਜਾਂਦਾ ਸੀ, ਹਨਾ। ਸਤੀ ਪ੍ਰਥਾ, ਬਾਲ ਵਿਆਹ, ਕੋਈ ਵੀ ਏਦਾਂ ਦੀ ਰੀਤੀ ਰਿਵਾਜ ਨਹੀਂ ਸੀ ਹੈਗਾ, ਮਤਲਬ ਔਰਤ ਦੀ ਰਿਸਪੈਕਟ ਕੀਤੀ ਜਾਂਦੀ ਸੀ। ਤੇ ਉੱਥੇ ਮੈਂ ਤੁਹਾਨੂੰ ਨਾਲ ਇਹ ਵੀ ਦੱਸਿਆ ਸੀ ਕਿ ਜਦੋਂ ਆਪਾਂ ਉੱਤਰ ਵੈਦਿਕ ਕਾਲ ਦੇ ਵਿੱਚ ਜਾਵਾਂਗੇ ਤਾਂ ਉੱਤਰ ਵੈਦਿਕ ਕਾਲ ਦੇ ਵਿੱਚ ਜਾ ਕੇ ਔਰਤਾਂ ਦੀ ਸਥਿਤੀ ਦੇ ਵਿੱਚ ਵਿਗਾੜ ਆ ਜਾਊਗਾ। ਸੋ ਉਹੀ ਆ, ਇਹਦੇ ਵਿੱਚ ਆਪਾਂ 8 ਤਰ੍ਹਾਂ ਦੇ ਵਿਆਹ ਦੀ ਗੱਲ ਕਰਨੀ। ਤੁਸੀਂ ਐ ਸੋਚੋ ਵੀ ਜੇਕਰ ਆਪਾਂ 8 ਤਰ੍ਹਾਂ ਦੇ ਵਿਆਹ ਦੇ ਬਾਰੇ ਗੱਲ ਕਰਨੀ ਆ ਤੇ ਇਹਦੇ ਤੋਂ ਇੱਕ ਚੀਜ਼ ਕਲੀਅਰ ਹੁੰਦੀ ਆ ਵੀ ਔਰਤਾਂ ਦੀ ਸਥਿਤੀ ਦੇ ਵਿੱਚ ਵਿਗਾੜ ਆ ਗਿਆ ਸੀ। ਠੀਕ ਆ, ਵੀ ਕਈ ਤਰ੍ਹਾਂ ਦੇ ਵਿਆਹ ਚੱਲ ਪਏ, ਮਤਲਬ ਔਰਤ ਨੂੰ ਜਿਹੜੀ ਸੀ ਓਨੀ ਰਿਸਪੈਕਟ ਨਹੀਂ ਸੀ ਮਿਲਦੀ ਉੱਤਰ ਵੈਦਿਕ ਕਾਲ ਦੇ ਵਿੱਚ ਜਿੰਨੀ ਕਿ ਵੈਦਿਕ ਕਾਲ ਦੇ ਵਿੱਚ ਮਿਲੀ। ਸੋ ਇੱਥੋਂ ਹੀ ਆਪਾਂ ਨੂੰ ਇਹ ਚੀਜ਼ ਕਲੀਅਰ ਹੁੰਦੀ ਆ। ਠੀਕ ਆ, ਸਭ ਤੋਂ ਪਹਿਲਾਂ ਆਪਾਂ ਪਹਿਲਾ ਵਿਆਹ ਪੜਾਂਗੇ ਬ੍ਰਹਮ ਵਿਆਹ। ਬ੍ਰਹਮ ਵਿਆਹ ਉਹ ਹੁੰਦਾ ਸੀ ਵੀ ਔਰਤ ਨੂੰ ਦਾਜ ਦੇ ਰੂਪ ਵਿੱਚ ਦੇ ਕੇ ਕੀਤਾ ਵਿਆਹ, ਵੀ ਔਰਤ ਨੂੰ ਦਾਜ ਦੇ ਰੂਪ ਵਿੱਚ ਦੇ ਦੇਣਾ। ਠੀਕ ਆ, ਔਰਤ ਨੂੰ ਦਾਜ ਦੇ ਰੂਪ ਵਿੱਚ ਦੇ, ਮਤਲਬ ਇੱਕ ਔਰਤ ਤਾਂ ਪਹਿਲਾਂ ਹੀ ਉਹਨਾਂ ਨੇ ਮਤਲਬ ਵਿਆਹ ਕੇ ਖੜੀ ਜਿਵੇਂ, ਹਨਾ, ਤੇ ਦੂਜੀ ਔਰਤ ਨੂੰ ਵੀ ਨਾਲ ਹੀ ਲੈ ਜਾਣਾ ਵੀ ਇਹ ਦਾਜ ਦੇ ਵਜੋਂ ਦੇਤੀ ਆ। ਠੀਕ ਆ, ਐਵੇਂ ਤੁਸੀਂ ਇੱਥੋਂ ਸੋਚੋ ਵੀ ਔਰਤ ਦੀ ਕਿੰਨੀ ਕੁ ਰਿਸਪੈਕਟ ਸੀਗੀ। ਠੀਕ ਆ, ਬ੍ਰਹਮ ਵਿਆਹ ਦਾ ਮਤਲਬ ਵੀ ਔਰਤ ਨੂੰ ਦਾਜ ਦੇ ਵਿੱਚ ਦੇ ਕੇ ਕੀਤਾ ਵਿਆਹ। ਉਸ ਤੋਂ ਬਾਅਦ ਸਾਡਾ ਦੂਜਾ ਆ ਜਾਂਦਾ ਵਾ ਗੰਧਰਵ ਵਿਆਹ। ਗੱਗੇ ਟਿੱਪੀ ਧੱਦਾ ਰਾਰਾ ਵਾਵਾ। ਗੰਧਰਵ ਵਿਆਹ ਇਹ ਹੈਗਾ ਸੀ ਪ੍ਰੇਮ ਵਿਆਹ, ਜਿਹਨੂੰ ਅਸੀਂ ਲਵ ਮੈਰਿਜ ਕਹਿ ਦਿੰਦੇ ਆ। ਠੀਕ ਆ, ਤੇ ਉਸ ਤੋਂ ਬਾਅਦ ਆਉਂਦਾ ਸੀ ਅਸੁਰ ਵਿਆਹ। ਅਸੁਰ ਵਿਆਹ ਕਿਹੜਾ ਸੀ? ਵੀ ਔਰਤ ਨੂੰ ਖਰੀਦ ਕੇ ਵਿਆਹ ਕਰ ਲੈਣਾ, ਹਨਾ, ਵੀ ਔਰਤ ਨੂੰ ਮਤਲਬ ਪੈਸੇ ਦੇ ਕੇ ਔਰਤ ਖਰੀਦ ਲੈਣੀ, ਫਿਰ ਉਸ ਨਾਲ ਵਿਆਹ ਕਰ ਲੈਣਾ। ਠੀਕ ਹੈ, ਖਰੀਦੀ ਹੋਈ ਔਰਤ ਦੇ ਨਾਲ ਵਿਆਹ ਤੁਸੀਂ ਇਸ ਤਰੀਕੇ ਦੇ ਨਾਲ ਵੀ ਲਿਖ ਸਕਦੇ। ਅਸੁਰ ਵਿਆਹ ਕਿਹੜਾ ਸੀ? ਖਰੀਦੀ ਹੋਈ ਔਰਤ ਦੇ ਨਾਲ ਵਿਆਹ। ਉਸ ਤੋਂ ਬਾਅਦ ਆ ਜਾਂਦਾ ਸੀ ਰਾਖਸ਼ਸ ਵਿਆਹ। ਇਹ ਹੁਣ ਨਾ ਮਤਲਬ ਕੁਛ ਜਿਹੜੀਆਂ ਚੀਜ਼ਾਂ ਵਾ ਨਾ ਵੀ ਇਹ ਵਿਆਹ ਕਿਹੜਾ ਸੀ ਉਹਨਾਂ ਨੂੰ ਪੜ੍ਹਨਾ, ਯਾਦ ਕਰਨਾ। ਹੁਣ ਜਿਹੜਾ ਵਿਆਹ ਵਾ ਨਾ ਰਾਖਸ਼ਸ ਵਿਆਹ, ਇਹਨੂੰ ਰਾਖਸ਼ਸ ਵਿਆਹ ਕਿਉਂ ਕਿਹਾ ਗਿਆ? ਅਗਵਾ ਕਰਕੇ, ਯਾਨੀ ਕਿ ਔਰਤ ਨੂੰ ਅਗਵਾ ਕਰਕੇ ਉਹਦੇ ਨਾਲ ਵਿਆਹ ਕੀਤਾ ਜਾਂਦਾ ਸੀ। ਅਗਵਾ ਮਤਲਬ ਕਿਡਨੈਪ ਕਰਕੇ ਉਹਦੇ ਨਾਲ ਵਿਆਹ ਕਰ ਲਿਆ ਜਾਂਦਾ ਸੀ। ਰਾਖਸ਼ਸ ਵਿਆਹ ਕਹਿੰਦੇ ਨੇ ਤੂੰ ਰਾਖਸ਼ ਆ, ਕਹਿੰਦੇ ਹੁੰਦੇ ਨਾ ਤੂੰ ਰਾਖਸ਼ ਆ, ਹਨਾ। ਤੇ ਇਸ ਤਰੀਕੇ ਦੇ ਨਾਲ, ਕਿਉਂਕਿ ਇਹ ਬੜੇ ਅਤਿਆਚਾਰੀ ਹੁੰਦੇ ਸੀ, ਜਿਹੜੇ ਰਾਖਸ਼ ਜਿਹੜੇ ਹੁੰਦੇ ਨਾ ਇਹ ਬਾਹਲੇ ਜ਼ਾਲਮੀ ਹੁੰਦੇ ਸੀ। ਠੀਕ ਹੈ, ਇਹਦੇ ਤੋਂ ਤੁਸੀਂ ਯਾਦ ਰੱਖ ਲਿਓ ਵੀ ਇਹ ਅਗਵਾ ਕਰਕੇ ਕੀਤਾ ਵਿਆਹ ਸੀ। ਉਸ ਤੋਂ ਬਾਅਦ ਆ ਜਾਂਦਾ ਵਾ ਦੈਵਯ ਵਿਆਹ। ਦੈਵਯ ਵਿਆਹ ਕਿਹੜਾ ਸੀ? ਫੀਸ ਦੇ ਰੂਪ ਵਿੱਚ, ਯਾਨੀ ਵੀ ਕਹਿ ਦੇਣਾ ਵੀ ਤੂੰ ਮੈਨੂੰ ਆਹ ਔਰਤ ਦੇ ਦੇ, ਮੈਂ ਤੈਨੂੰ ਇਸ ਔਰਤ ਦੀ ਇੰਨੀ ਫੀਸ ਦੇ ਦਿੰਨਾ। ਠੀਕ ਆ, ਤੇ ਉਸ ਵਿਆਹ ਨੂੰ ਕੀ ਕਹਿੰਦੇ ਸੀ? ਦੈਵਯ ਵਿਆਹ, ਯਾਨੀ ਕਿ ਫੀਸ ਦੇ ਰੂਪ ਵਿੱਚ ਕੀਤਾ ਵਿਆਹ। ਉਸ ਤੋਂ ਬਾਅਦ ਆ ਜਾਂਦਾ ਸੀ ਅਰਸਾ ਵਿਆਹ। ਅਰਸਾ ਵਿਆਹ ਕਿਹੜਾ ਸੀ? ਗਾਂ ਨੂੰ ਦਾਜ ਦੇ ਰੂਪ ਵਿੱਚ ਦੇ ਕੇ ਕੀਤਾ ਵਿਆਹ, ਯਾਨੀ ਕਿ ਨਾਲ ਗਾਂ ਦੇ ਦੇਣੀ ਦਾਜ ਦੇ ਰੂਪ ਦੇ ਵਿੱਚ। ਠੀਕ ਆ, ਉਹਨੂੰ ਕਹਿੰਦੇ ਸੀ ਅਰਸਾ ਵਿਆਹ। ਠੀਕ ਆ, ਚਲੋ ਕਾਫੀ ਹੱਦ ਤੱਕ ਆ ਤਾਂ ਠੀਕ ਹੀ ਸੀ, ਮੱਝਾਂ ਗਾਵਾਂ ਤਾਂ ਕੁੜੀਆਂ ਨੂੰ ਹੁਣ ਵੀ ਦਿੰਦੇ ਆ, ਹਨਾ। ਤੇ ਉਸ ਤੋਂ ਬਾਅਦ ਆ ਜਾਂਦਾ ਵਾ ਪ੍ਰਜਾਪਤਿ ਵਿਆਹ, ਯਾਨੀ ਕਿ ਬਿਨਾਂ ਦਾਜ ਤੋਂ ਕੀਤਾ ਵਿਆਹ। ਠੀਕ ਹੈ, ਇਹ ਵੀ ਮੈਨੂੰ ਵਧੀਆ ਲੱਗਾ, ਹੋਪ ਸੋ ਤੁਹਾਨੂੰ ਵਧੀਆ ਲੱਗਿਆ ਹੋਊਗਾ।
ਪ੍ਰਜਾਪਤਿ ਵਿਆਹ ਜਾਨੀ ਕਿ ਬਿਨਾਂ ਦਾਜ ਤੋਂ ਕੀਤਾ ਵਿਆਹ। ਉਸ ਤੋਂ ਬਾਅਦ ਆ ਜਾਂਦਾ ਸੀ 8 ਨੰਬਰ ਤੇ ਪੈਸਾਚਾ ਵਿਆਹ, ਜਾਨੀ ਕਿ ਕਿਸੇ ਕਿਸਮ ਦਾ ਲਾਲਚ ਦੇ ਕੇ ਵਿਆਹ ਕਰਨਾ, ਹਨਾ ਵੀ ਤੈਨੂੰ ਮੈਂ ਇੰਨੇ ਸਿੱਕੇ ਦੇ ਦੂੰਗਾ, ਹਨਾ ਵੀ ਤੈਨੂੰ ਮੈਂ ਆਹ ਚੀਜ਼ ਦੇ ਦਿੰ, ਮੈਂ ਤੈਨੂੰ ਹੀਰੇ ਜਵਾਹਰਾਤ ਦੇ ਦੂੰਗਾ, ਹਨਾ ਵੀ ਉਸ ਸਮੇਂ ਕਿਸੇ ਨੂੰ ਕੋਈ ਮਤਲਬ ਜਿਵੇਂ ਔਰਤ ਕਹਿਣਾ ਵੀ ਮੈਂ ਤੈਨੂੰ ਆਹ ਚੀਜ਼ ਦੇ ਦਊਂਗਾ, ਇਸ ਚੀਜ਼ ਦੇ ਵੰਡੇ ਤੂੰ ਮੈਨੂੰ ਆਹ ਔਰਤ ਦੇ ਮੈਂ ਇਹਦੇ ਨਾਲ ਵਿਆਹ ਕਰਾਉਣਾ, ਠੀਕ ਆ। ਸੋ ਮਤਲਬ ਕਿਸੇ ਨਾ ਕਿਸੇ ਕਿਸਮ ਦਾ ਲਾਲਚ ਦੇ ਕੇ ਕੀਤਾ ਵਿਆਹ, ਠੀਕ ਹੈ। ਇੱਕ ਵਾਰੀ ਆਪਾਂ ਰਿਪੀਟ ਕਰਦੇ ਹਾਂ। ਬ੍ਰਹਮ ਵਿਆਹ ਕਿਹੜਾ ਸੀ? ਔਰਤ ਨੂੰ ਦਾਜ ਦੇ ਰੂਪ ਵਿੱਚ ਦੇ ਕੇ ਕੀਤਾ ਵਿਆਹ। ਗੰਧਰਵ ਵਿਆਹ ਪ੍ਰੇਮ ਵਿਆਹ ਜਾਨੀ ਕਿ ਲਵ ਮੈਰਿਜ। ਅਸੁਰ ਵਿਆਹ ਖਰੀਦੀ ਹੋਈ ਔਰਤ ਦੇ ਨਾਲ ਵਿਆਹ। ਰਾਖਸ਼ ਵਿਆਹ ਅਗਵਾ ਕਰਕੇ ਜਾਨੀ ਕਿਡਨੈਪ ਕਰਕੇ ਕੀਤਾ ਵਿਆਹ। ਦੈਵਯ ਵਿਆਹ ਜਾਨੀ ਕਿ ਫੀਸ ਦੇ ਰੂਪ ਵਿੱਚ ਕੀਤਾ ਵਿਆਹ। ਅਰਸਾ ਵਿਆਹ ਮਤਲਬ ਗਾਂ ਨੂੰ ਨਾਲ ਦਾਜ ਦੇ ਵਿੱਚ ਦੇਣਾ, ਠੀਕ ਹੈ, ਉਹ ਹੁੰਦਾ ਸੀ ਅਰਸਾ ਵਿਆਹ। ਪ੍ਰਜਾਪਤਿ ਵਿਆਹ ਬਿਨਾਂ ਦਾਜ ਤੋਂ ਕੀਤਾ ਵਿਆਹ। ਤੇ ਪੈਸਾਚਾ ਵਿਆਹ ਲਾਲਚ ਦੇ ਰੂਪ ਦੇ ਵਿੱਚ, ਲਾਲਚ ਦੇ ਕੇ ਕੀਤਾ ਵਿਆਹ। ਤੇ ਮੈਨੂੰ ਹੁਣ ਲੱਗ ਰਿਹਾ ਵੀ ਤੁਹਾਨੂੰ ਤਾਂ ਇੱਕ ਇਹਦੇ ਵਿੱਚੋਂ ਗੰਧਰਵ ਵਿਆਹ ਵਧੀਆ ਲੱਗਿਆ ਹੋਊਗਾ ਪਹਿਲੇ ਨੰਬਰ ਤੇ, ਠੀਕ ਆ। ਤੇ ਉਸ ਤੋਂ ਬਾਅਦ ਤੁਹਾਨੂੰ ਵਧੀਆ ਲੱਗਿਆ ਹੋਊਗਾ ਅਰਸਾ ਵਿਆਹ, ਠੀਕ ਹੈ, ਠੀਕ ਆ ਕਾਫੀ ਹੱਦ ਤੱਕ ਤਾਂ। ਉਸ ਤੋਂ ਬਾਅਦ ਤੁਹਾਨੂੰ ਲੱਗਿਆ ਹੋਊਗਾ ਪ੍ਰਜਾਪਤਿ ਵਿਆਹ ਦਾਜ ਦੇ ਰੂਪ ਦੇ ਬਿਨਾਂ ਦਾਜ ਤੋਂ, ਠੀਕ ਹੈ। ਇਹ 3 ਤਰ੍ਹਾਂ ਦੇ ਵਿਆਹ ਤਾਂ ਚਲੋ ਠੀਕ ਹੀ ਸੀ, ਠੀਕ ਆ। ਸੋ ਇਹ ਤੁਸੀਂ ਯਾਦ ਰੱਖਣੇ ਆ। ਸਮਾਜਿਕ ਦਸ਼ਾ ਉੱਤਰ ਵੈਦਿਕ ਕਾਲ ਦੀ ਸਮਾਜਿਕ ਜਿਹੜਾ ਸਟਰਕਚਰ ਆ, ਕੁਛ ਇਸ ਤਰ੍ਹਾਂ ਦਾ ਸਟਰਕਚਰ ਸੀ ਉੱਤਰ ਵੈਦਿਕ ਕਾਲ ਦਾ। ਉਸ ਤੋਂ ਬਾਅਦ ਆ ਜਾਓ ਧਾਰਮਿਕ ਦਸ਼ਾ ਤੇ। ਹੁਣ ਆਪਾਂ ਪੜਾਂਗੇ, ਮੈਂ ਤੁਹਾਨੂੰ ਉੱਤਰ ਵੈਦਿਕ ਕਾਲ ਦੇ ਵਿੱਚ ਦੱਸਿਆ ਸੀ ਵੀ ਉੱਤਰ ਵੈਦਿਕ ਕਾਲ ਦੇ ਵਿੱਚ ਜਾ ਕੇ ਦੇਵਤੇ ਕੀ ਨੇ ਬਦਲ ਜਾਣੇ ਨੇ, ਤੇ ਫਿਰ ਬਦਲ ਗਏ। ਇਹਨਾਂ ਦੇ 3 ਹੀ ਦੇਵਤੇ ਮੇਨ ਸੀ, ਬ੍ਰਹਮਾ ਵਿਸ਼ਨੂੰ ਤੇ ਸ਼ਿਵ, ਠੀਕ ਆ। ਉਹਦੇ ਵਿੱਚ ਨਾ ਇੱਕ ਆਪਾਂ ਦੇਵਤੇ ਦੀ ਗੱਲ ਕੀਤੀ ਸੀ ਵੀ ਜਿਹਨੂੰ ਮਤਲਬ ਸਭ ਤੋਂ ਪੁਰਾਣਾ ਦੇਵਤਾ ਮੰਨਿਆ ਜਾਂਦਾ ਸੀ, ਕਿਹਾ ਜਾਂਦਾ ਸੀ ਵੀ ਉਹਨੇ ਸ੍ਰਿਸ਼ਟੀ ਦੀ ਸਿਰਜਣਾ ਕੀਤੀ। ਜਦੋਂ ਆਪਾਂ ਵੈਦਿਕ ਕਾਲ ਬਾਰੇ ਪੜ੍ਹਦੇ ਹਾਂ ਤੇ ਉਹਨੂੰ ਹੀ ਬ੍ਰਹਮਾ ਦਾ ਰੂਪ ਮੰਨਿਆ ਜਾਂਦਾ ਸੀ, ਕਿਉਂਕਿ ਉੱਤਰ ਵੈਦਿਕ ਕਾਲ ਦੇ ਵਿੱਚ ਆ ਕੇ ਕਹਿੰਦੇ ਆ ਵੀ ਇਹ ਬ੍ਰਹਮਾ ਜਿਹੜਾ ਵਾ ਇਹਨੇ ਪੂਰੀ ਸ੍ਰਿਸ਼ਟੀ ਦੀ ਰਚਨਾ ਕੀਤੀ ਆ, ਠੀਕ ਆ। ਬ੍ਰਹਮਾ ਨੇ ਪੂਰੀ ਸ੍ਰਿਸ਼ਟੀ ਦੀ ਰਚਨਾ ਕੀਤੀ ਆ। ਇਸ ਦੇਵਤੇ ਨੂੰ ਬਹੁਤ ਹੀ ਮਹਾਨ ਮੰਨਿਆ ਗਿਆ ਸੀ ਉੱਤਰ ਵੈਦਿਕ ਕਾਲ ਦੇ ਵਿੱਚ। ਤੇ ਇਹਦਾ ਰੂਪ ਕੀ ਸੀ? ਦਾਸ ਦੇਵਤਾ ਹੀ, ਜਿਹੜਾ ਆਪਾਂ ਵੈਦਿਕ ਕਾਲ ਦੇ ਵਿੱਚ ਪੜਿਆ ਸੀ। ਉਸ ਤੋਂ ਬਾਅਦ ਆ ਜਾਂਦਾ ਸੀ ਵਿਸ਼ਨੂੰ, ਠੀਕ ਆ। ਜਿਹੜਾ ਵਿਸ਼ਨੂੰ ਸੀ ਨਾ, ਵਿਸ਼ਨੂੰ ਜਿਹੜਾ ਸੀਗਾ ਇਹਨੂੰ ਰੁਦਰ ਦਾ ਹੀ ਦੂਜਾ ਰੂਪ ਮੰਨਿਆ ਗਿਆ ਸੀ, ਠੀਕ ਹੈ, ਵਿਸ਼ਨੂੰ ਨੂੰ। ਉਸ ਤੋਂ ਬਾਅਦ ਆ ਜਾਂਦਾ ਵਾ ਸ਼ਿਵ। ਇਹ ਜਿਹੜੇ 3 ਦੇਵਤੇ ਨੇ ਤੁਸੀਂ ਯਾਦ ਰੱਖਣੇ ਨੇ। ਨਾਲ ਇਹ ਵੀ ਯਾਦ ਰੱਖਣਾ ਵੀ ਬ੍ਰਹਮਾ ਵਿਸ਼ਨੂੰ ਤੇ ਸ਼ਿਵ ਇਹ ਉੱਤਰ ਵੈਦਿਕ ਕਾਲ ਦੇ ਦੇਵਤੇ ਨੇ, ਨਾ ਕਿ ਵੈਦਿਕ ਕਾਲ ਦੇ। ਇਹ ਯਾਦ ਰੱਖਿਓ, ਠੀਕ ਆ। ਜਿੱਦਾਂ ਤੁਹਾਨੂੰ ਇਹ ਡਿਫਰੈਂਸ ਆ ਗਿਆ ਨਾ ਵੀ ਕਿਹੜੀ ਚੀਜ਼ ਉੱਤਰ ਵੈਦਿਕ ਕਾਲ ਦੀ ਕਿਹੜੀ ਵੈਦਿਕ ਕਾਲ ਦੀ ਆ, 100% ਤੁਹਾਨੂੰ ਏਸ਼ੀਅਨ ਹਿਸਟਰੀ ਵਿੱਚ ਤੁਹਾਡਾ ਕੁਐਸਚਨ ਜਿਹੜਾ ਵਾ ਨਹੀਂ ਛੁੱਟੂਗਾ ਕਦੇ। ਉਸ ਤੋਂ ਬਾਅਦ ਅਸੀਂ ਧਾਰਮਿਕ ਦਸ਼ਾ ਦੇ ਵਿੱਚ ਯੱਗਾਂ ਬਾਰੇ ਗੱਲ ਕਰਾਂਗੇ, ਕਿਉਂਕਿ ਉਹਦੇ ਵਿੱਚ ਸਾਨੂੰ 4-5 ਤਰ੍ਹਾਂ ਦੇ ਯੱਗ ਮਿਲਦੇ ਆ। ਜੇ ਅਸੀਂ ਗੱਲ ਕਰੀਏ ਅਸ਼ਵਮੇਧ ਯੱਗ ਦੀ, ਤੇ ਇਹਦੇ ਬਾਰੇ ਤੁਹਾਨੂੰ ਪਤਾ ਵੀ ਅਸ਼ਵਮੇਧ ਯੱਗ ਬਾਰੇ ਸਾਨੂੰ ਕੁਐਸਚਨ ਆਇਆ ਸੀਗਾ, ਠੀਕ ਹੈ। ਜਿੱਥੋਂ ਕੁਐਸਚਨ ਆਏ ਆ ਨਾ, ਸੋ ਇਹ ਉਹ ਚੀਜ਼ ਮੈਂ NCERT ਦੇ ਵਿੱਚੋਂ ਚੱਕੀ ਆ। ਮੈਂ ਬਾਰੀ ਕਹਿ ਰਹੀ ਹਾਂ ਵੀ ਕਲਾਸ ਤੁਹਾਡੇ ਲਈ ਬਹੁਤ ਹੀ ਇੰਪੋਰਟੈਂਟ ਆ, ਫ੍ਰੀ ਚ ਮਿਲ ਰਹੀ ਆ ਥਿਊਰੀ, ਹਨਾ। ਫਿਰ ਵੀ ਤੁਸੀਂ ਨਾ ਨੋਟ ਕਰੋ, ਨਾ ਕਲਾਸ ਦੇਖੋ ਤੇ ਮਾੜੀ ਗੱਲ ਆ, ਠੀਕ ਆ। ਚਲੋ ਆਪਾਂ ਗੱਲ ਕਰਦੇ ਹਾਂ ਲਘੂ ਯੱਗ। ਜਿਹੜੇ ਲਘੂ ਯੱਗ ਸੀਗੇ, ਠੀਕ ਹੈ, ਆਮ ਲੋਕ ਯੱਗ ਕਰਦੇ ਸੀ, ਉਹ ਲਘੂ ਯੱਗ। ਲਘੂ ਦਾ ਮਤਲਬ ਕੀ ਹੁੰਦਾ ਵਾ? ਛੋਟਾ, ਠੀਕ ਹੈ, ਛੋਟੇ ਯੱਗ। ਲਘੂ ਯੱਗ ਆਮ ਲੋਕ ਕਰਦੇ ਸੀ। ਉਸ ਤੋਂ ਬਾਅਦ ਆ ਜਾਂਦੇ ਸੀ ਮਹਾਯੱਗ। ਮਹਾਯੱਗ ਕਿਹੜੇ ਸੀ? ਜਿਨ੍ਹਾਂ ਨੂੰ ਰਾਜੇ ਮਹਾਰਾਜੇ ਜਿਹੜਾ ਯੱਗ ਕਰਦੇ ਸੀ ਉਹ ਹੁੰਦੇ ਸੀ ਮਹਾਯੱਗ। ਉਸ ਤੋਂ ਬਾਅਦ ਆ ਜਾਂਦਾ ਅਸ਼ਵਮੇਧ ਯੱਗ, ਠੀਕ ਹੈ। ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਆ, ਉਹ ਤਾਂ ਕਿਉਂਕਿ ਇਹ ਇੱਕ ਵਾਰੀ ਸਾਨੂੰ ਪੇਪਰ ਦੇ ਵਿੱਚ ਪੁੱਛਿਆ ਗਿਆ ਵਾ। ਅਸ਼ਵਮੇਧ ਯੱਗ ਤੇ ਇਹ ਫਿਰ ਕਿਹੜਾ ਸੀ? ਰਾਜ ਦਾ ਖੇਤਰ ਵਧਾਉਣ ਲਈ। ਮੰਨ ਲਓ ਵੀ ਕੋਈ ਏਰੀਆ ਵਾ ਰਾਜੇ ਦਾ, ਠੀਕ ਹੈ, ਉਹ ਆਪਣੇ ਖੇਤਰਫਲ ਨੂੰ, ਆਪਣੇ ਰਾਜ ਨੂੰ ਵਧਾਉਣ ਲਈ ਯੱਗ ਕਰੂਗਾ, ਠੀਕ ਹੈ, ਵੀ ਮੇਰੇ ਰਾਜ ਦਾ ਖੇਤਰ ਹੋਰ ਵਧੇ, ਉਹਦੇ ਲਈ ਉਹ ਯੱਗ ਕਰੂਗਾ, ਠੀਕ ਹੈ। ਉਹ ਹੁੰਦਾ ਸੀ ਅਸ਼ਵਮੇਧ ਯੱਗ, ਯਾਨੀ ਕਿ ਰਾਜਾ ਆਪਣੇ ਖੇਤਰ ਨੂੰ ਜਾਂ ਰਾਜ ਦੇ ਖੇਤਰ ਨੂੰ ਵਧਾਉਣ ਲਈ ਕੀਤਾ ਯੱਗ, ਅਸ਼ਵਮੇਧ ਯੱਗ। ਉਸ ਤੋਂ ਬਾਅਦ ਆ ਜਾਂਦਾ ਸੀ ਵਾਜਮੇਹ ਯੱਗ। ਵਾਜਮੇਹ ਯੱਗ ਸਰੀਰਕ ਤੇ ਆਤਮਿਕ ਸ਼ਾਂਤੀ ਨੂੰ ਵਧਾਉਣ ਲਈ, ਠੀਕ ਹੈ, ਕੋਈ ਵੀ ਕਰ ਸਕਦਾ ਸੀ। ਇਹ ਜਿਹੜਾ ਯੱਗ ਸੀ ਨਾ, ਕੋਈ ਮਤਲਬ ਬੰਦਿਸ਼ ਨਹੀਂ ਸੀ ਹੈਗੀ, ਕਿਉਂਕਿ ਲਘੂ ਯੱਗ ਕਰਦੇ ਸੀ ਆਮ ਲੋਕ, ਮਹਾਯੱਗ ਕਰਦੇ ਸੀ ਰਾਜੇ ਮਹਾਰਾਜੇ। ਅਸ਼ਵਮੇਧ ਯੱਗ ਰਾਜ ਦੇ ਖੇਤਰ ਨੂੰ ਵਧਾਉਣ ਲਈ, ਇਹਦਾ ਮਤਲਬ ਵੀ ਕੋਈ ਰਾਜਾ ਹੀ ਕਰੂਗਾ ਇਹ ਵੀ, ਠੀਕ ਹੈ, ਇਹ ਵੀ ਰਾਜੇ ਦੇ ਨਾਲ ਸੰਬੰਧਿਤ ਸੀਗੇ, ਮਹਾਯੱਗ ਵੀ। ਤੇ ਇਹ ਦੋਵੇਂ ਜਿਹੜੇ ਯੱਗ ਸੀ ਰਾਜੇ ਮਹਾਰਾਜਿਆਂ ਦੇ ਨਾਲ ਸੰਬੰਧਿਤ ਸੀ। ਸੋ ਇਸ ਤਰੀਕੇ ਦੇ ਨਾਲ ਵੀ ਯਾਦ ਰੱਖਿਓ, ਹਨਾ।
ਵੀ ਸਾਨੂੰ ਫੋਰ ਐਗਜ਼ਾਮਪਲ ਦੇਤਾ ਵੀ ਹੇਠਾਂ ਵਿੱਚੋਂ ਦੱਸੋ ਕਿਹੜੇ ਜੱਗ ਜਿਹੜੇ ਰਾਜੇ ਮਹਾਰਾਜਿਆਂ ਨਾਲ ਸੰਬੰਧਿਤ ਆ, ਕਿਹੜੇ ਦੋ, ਤੇ ਜਾਂ ਲਿਖਤਾ ਲਘੂ ਜੱਗ, ਮਹਾਜੱਗ, ਅਸ਼ਵਮੇਧ ਜੱਗ, ਏ ਤੇ ਬੀ ਦੋਵੇਂ, ਉਹਨਾਂ ਵਿੱਚੋਂ ਤੁਹਾਡਾ ਮਹਾਜੱਗ ਤੇ ਅਸ਼ਵਮੇਧ ਜੱਗ ਦੋਵੇਂ ਰਾਜੇ ਤੇ ਮਹਾਰਾਜੇ ਦੇ ਨਾਲ ਸੰਬੰਧਿਤ ਹੋਣਗੇ ਜੱਗ। ਉਸ ਤੋਂ ਬਾਅਦ ਆ ਗਿਆ ਵਾਜਮੇ ਜੱਗ, ਇਹਨੂੰ ਕੋਈ ਵੀ ਕਰ ਸਕਦਾ ਸੀ, ਕੋਈ ਬੰਦਸ਼ ਨਹੀਂ ਕਿ ਰਾਜਾ ਹੀ ਕਰੂਗਾ। ਇਹ ਹੈਗਾ ਸੀ ਸਰੀਰਕ ਤੇ ਆਤਮਿਕ ਸ਼ਾਂਤੀ ਵਧਾਉਣ ਲਈ। ਇਹ ਵੈਸੇ ਇੰਨਾ ਇੰਪੋਰਟੈਂਟ ਨਹੀਂ ਹੈਗਾ, ਪਰ ਇਹ ਇੰਪੋਰਟੈਂਟ ਉਦੋਂ ਬਣ ਜਾਂਦਾ ਵਾ ਕਿਉਂਕਿ ਇਹ ਕੀ ਸੀ, ਜਿਹੜਾ ਵਾਜਮੇ ਜੱਗ ਸੀ ਨਾ, ਵਾਜਮੇ ਜੰਗ ਸੀਗਾ, ਵਾਜਮੇ ਜੱਗ ਪੁਰਾਤਨ, ਇਹ ਸੀਗਾ ਪੁਰਾਤਨ ਭਾਰਤ ਦਾ ਓਲੰਪਿਕ, ਪੁਰਾਤਨ ਭਾਰਤ ਦਾ ਓਲੰਪਿਕ ਮੰਨਿਆ ਜਾਂਦਾ ਸੀ। ਪੁਰਾਤਨ ਭਾਰਤ ਦਾ ਓਲੰਪਿਕ ਜੱਗ, ਕਿਹੜਾ ਜੱਗ? ਵਾਜਮੇ ਜੱਗ। ਸੋ ਹੋ ਗਿਆ ਸਾਰੇ ਪੁਆਇੰਟ ਕਿੰਨੇ ਇੰਪੋਰਟੈਂਟ, ਠੀਕ ਹੈ। 4 ਤਰ੍ਹਾਂ ਦੇ ਜੱਗ ਯਾਦ ਰੱਖਣੇ, ਲਘੂ ਜੱਗ ਜਿਹੜੇ ਆਮ ਲੋਕ ਕਰਦੇ ਸੀ, ਮਹਾਜੱਗ ਜਿਹੜੇ ਰਾਜੇ ਮਹਾਰਾਜੇ ਕਰਦੇ ਸੀ, ਅਸ਼ਵਮੇਧ ਜੱਗ ਰਾਜ ਜਿਹੜਾ ਵਾ ਰਾਜ ਦੇ ਖੇਤਰ ਨੂੰ ਵਧਾਉਣ ਲਈ ਜਾਂ ਰਾਜਾ ਆਪਣੇ ਖੇਤਰ ਨੂੰ ਵਧਾਉਣ ਲਈ ਜਿਹੜਾ ਜੱਗ ਕਰਦਾ ਸੀ। ਵਾਜਮੇ ਜੱਗ ਯਾਨੀ ਕਿ ਸਰੀਰਕ ਤੇ ਆਤਮਿਕ ਸ਼ਾਂਤੀ ਵਧਾਉਣ ਲਈ, ਜਿਹੜਾ ਯਾਨੀ ਕਿ ਸਰੀਰਕ ਸ਼ਕਤੀ ਵਧਾਉਣ ਲਈ ਜਾਂ ਆਤਮਿਕ ਸ਼ਾਂਤੀ ਵਧਾਉਣ ਲਈ ਜਿਹੜੇ ਜੱਗ ਕੀਤੇ ਜਾਂਦੇ ਸੀ। ਇਸੇ ਕਰਕੇ ਵਾਜਮੇ ਜੱਗ ਨੂੰ ਪੁਰਾਤਨ ਭਾਰਤ ਦਾ ਓਲੰਪਿਕ ਵੀ ਕਿਹਾ ਜਾਂਦਾ ਵਾ। ਸੋ ਵੈਰੀ ਇੰਪੋਰਟੈਂਟ ਪੁਆਇੰਟ ਆ, ਇਹਨੂੰ ਤੁਸੀਂ ਨੋਟ ਕਰ ਲਿਓ। ਪੁਰਾਤਨ ਭਾਰਤ ਦਾ ਓਲੰਪਿਕ ਕਿਹਨੂੰ ਕਿਹਾ ਜਾਂਦਾ ਵਾ? 4 ਆਪਸ਼ਨ ਆ ਗਈਆਂ, ਲਘੂ ਜੱਗ, ਮਹਾਜੱਗ, ਅਸ਼ਵਮੇਧ ਜੱਗ, ਵਾਜਮੇ ਜੱਗ, ਤੇ ਸਾਡਾ ਆਂਸਰ ਆਊਗਾ ਵਾਜਮੇ ਜੱਗ। ਉਸ ਤੋਂ ਬਾਅਦ ਆ ਜਾਓ ਸਾਡੀ ਆਰਥਿਕ ਦਸ਼ਾ। ਇਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ, ਜੇ ਅਸੀਂ ਵੈਦਿਕ ਕਾਲ ਦੀ ਗੱਲ ਕਰੀਏ ਉਹਨਾਂ ਦਾ ਪ੍ਰਮੁੱਖ ਕਿੱਤਾ ਪਸ਼ੂ ਪਾਲਣ ਸੀ, ਪਰ ਉੱਤਰ ਵੈਦਿਕ ਕਾਲ ਦਾ ਪ੍ਰਮੁੱਖ ਕਿੱਤਾ ਖੇਤੀਬਾੜੀ ਸੀ। ਇਸ ਤੋਂ ਬਿਨਾਂ ਲੋਹੇ ਦੀ ਖੋਜ ਹੋਣ ਨਾਲ ਲੋਹਾਰ ਦਾ ਕਿੱਤਾ ਸ਼ੁਰੂ ਹੋਇਆ, ਠੀਕ ਹੈ। ਸਾਨੂੰ ਬਸ ਤੁਸੀਂ ਇਹ ਯਾਦ ਰੱਖਿਓ ਵੀ ਲੋਹੇ ਦੀ ਖੋਜ ਉੱਤਰ ਵੈਦਿਕ ਕਾਲ ਦੇ ਵਿੱਚ ਹੋਈ, ਤੇ ਜੇ ਲੋਹੇ ਦੀ ਖੋਜ ਹੋਈ ਤੇ ਕਾਮਨਲੀ ਗੱਲ ਆ ਵੀ ਇਹਦੇ ਵਿੱਚ ਲੋਹਾਰ ਦਾ ਕਿੱਤਾ ਸ਼ੁਰੂ ਹੋ ਗਿਆ ਹੋਊਗਾ। ਇਹਨਾਂ ਦੀਆਂ ਮੁੱਖ ਫਸਲਾਂ ਸੀਗੀਆਂ ਕਣਕ, ਜੌਂ ਤੇ ਚੌਲ, ਇਹਨਾਂ ਦੀਆਂ ਮੁੱਖ ਫਸਲਾਂ ਸੀਗੀਆਂ। ਚੌਲ ਨੂੰ ਉਹ ਚੌਲ ਨਹੀਂ ਸੀ ਕਹਿੰਦੇ, ਚੌਲ ਨੂੰ ਕੀ ਕਹਿੰਦੇ ਸੀ? ਵਹੀਰੀ। ਚੌਲ ਨੂੰ ਕੀ ਕਹਿੰਦੇ ਸੀ? ਵਹੀਰੀ ਕਹਿੰਦੇ ਸੀ, ਵਿਲਡ, ਠੀਕ ਆ। ਇਸ ਤਰ੍ਹਾਂ ਦੇ ਪੁਆਇੰਟ ਸਾਨੂੰ ਪੁੱਛੇ ਜਾਂਦੇ ਆ ਤਾਂ ਅਸੀਂ ਸੋਚ ਲੈਂਦੇ ਪਤਾ ਨਹੀਂ ਕਿੱਥੋਂ ਕੁਐਸਚਨ ਪਾ ਦਿੰਦੇ ਆ। ਹੁਣ ਸਾਨੂੰ ਵਿਲਡ ਹੀ ਪੁੱਛ ਲੈਣ ਵੀ ਵਿਲਡ ਕੀ ਸੀ? ਵਪਾਰੀਆਂ ਦਾ ਗਰੁੱਪ, ਹਨਾ, ਫਲਾਣਾ ਢੀਂਗ ਏਦਾਂ ਕਰਕੇ ਆਪਸ਼ਨ ਆਈਆਂ ਹੁਣ, ਤੇ ਵਿਲਡ ਕੀ ਸੀ? ਵਪਾਰੀਆਂ ਦਾ ਗਰੁੱਪ ਸੀ। ਉੱਤਰ ਵੈਦਿਕ ਕਾਲ ਦੇ ਵਿੱਚ ਜਿਹੜਾ ਵਪਾਰੀਆਂ ਦਾ ਗਰੁੱਪ ਹੁੰਦਾ ਸੀ ਉਹਨੂੰ ਵਿਲਡ ਕਹਿੰਦੇ ਸੀ, ਠੀਕ ਆ। ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਿਆ ਸੀ ਜਦੋਂ ਆਪਾਂ ਵੈਦਿਕ ਕਾਲ ਕੀਤਾ ਸੀ ਉਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਕਿ ਨਿਸ਼ਕ ਜਿਹੜਾ ਸੀ ਗਰਦਨ ਦਾ ਮੁੱਖ ਗਹਿਣਾ ਸੀ, ਤੇ ਉੱਥੇ ਫਿਰ ਮੈਂ ਤੁਹਾਨੂੰ ਇਹ ਵੀ ਪੁਆਇੰਟ ਦੱਸਿਆ ਸੀ ਵੀ ਜਿਹੜਾ ਨਿਸ਼ਕ ਆ ਅੱਗੇ ਜਾ ਕੇ ਕਰੰਸੀ ਦਾ ਰੂਪ ਧਾਰਨ ਕਰ ਜੂਗਾ, ਤੇ ਉੱਤਰ ਵੈਦਿਕ ਕਾਲ ਦੇ ਵਿੱਚ ਆ ਕੇ ਨਿਸ਼ਕ ਜਿਹੜਾ ਵਾ ਕਰੰਸੀ ਦਾ ਰੂਪ ਧਾਰਨ ਕਰ ਗਿਆ ਸੀ। ਨਿਸ਼ਕ ਕਰੰਸੀ ਦਾ ਰੂਪ ਧਾਰਨ ਕਰ ਗਿਆ ਸੀ, ਠੀਕ ਆ, ਉੱਤਰ ਵੈਦਿਕ ਕਾਲ ਦੇ ਵਿੱਚ। ਤੇ ਕੀ ਔਖਾ ਵਾ? ਦੇਖੋ ਆਪਾਂ ਵੈਦਿਕ ਕਾਲ ਵੀ ਪੜ੍ਹ ਲਿਆ, ਠੀਕ ਆ, ਤੇ ਆਪਾਂ ਉੱਤਰ ਵੈਦਿਕ ਕਾਲ ਵੀ ਪੜ੍ਹ ਲਿਆ, ਕੁਝ ਵੀ ਔਖਾ ਨਹੀਂ ਆ। ਬਸ ਤੁਸੀਂ 2-3 ਵਾਰੀ ਕਲਾਸ ਨੂੰ ਦੇਖ ਲਿਓ, ਜੇ ਨਹੀਂ ਦੇਖਣਾ ਤੇ ਜੇ ਤੁਸੀਂ ਨੋਟ ਕਰਦੇ ਹੋ ਨਾਲ ਦੀ ਨਾਲ ਨੋਟਸ ਬਣਾਉਣੇ ਹੋ ਤੇ ਫਿਰ ਤੁਸੀਂ ਉਹਨਾਂ ਨੋਟਸ ਨੂੰ 2-3 ਵਾਰੀ ਪੜ੍ਹ ਲਿਓ ਤੇ ਤੁਹਾਨੂੰ ਵੈਦਿਕ ਕਾਲ ਜਿਹੜੀ ਵੈਦਿਕ ਸੱਭਿਅਤਾ ਪੂਰੀ ਯਾਦ ਹੋਗੀ। ਵੈਦਿਕ ਸੱਭਿਅਤਾ ਜਿਹੜੀ ਮੈਂ ਤੁਹਾਨੂੰ ਕਿੰਨੀ ਕੁ ਕਰਵਾਈ, ਅੱਧੇ ਘੰਟੇ ਦੀ ਆਪਣੀ ਪਹਿਲੀ ਕਲਾਸ ਸੀਗੀ ਤੇ ਇੰਨੇ ਕੁ ਟਾਈਮ ਦੀ ਇਹ ਆ, ਠੀਕ ਆ। ਦੇਖੋ ਵੀ ਅਸੀਂ 1 ਘੰਟੇ ਦੇ ਵਿੱਚ ਜਿਹੜਾ ਆਪਣਾ ਵੈਦਿਕ ਸੱਭਿਅਤਾ ਉਹ ਸਾਰੀ ਪੜ੍ਹ ਲਈ, ਤੇ ਕੁਝ ਵੀ ਮਤਲਬ ਕਿ ਚੀਜ਼ਾਂ ਮੈਂ ਤੁਹਾਨੂੰ ਉਹ ਕਰਵਾਈਆਂ ਵਾ ਜਿਹੜੀਆਂ ਕਿ ਸਿਰਫ ਤੇ ਸਿਰਫ PSTET ਦੇ ਪੇਪਰ ਲਈ ਇੰਪੋਰਟੈਂਟ ਆ। ਕੋਈ ਵਾਧੂ ਘਾਟੂ ਚੀਜ਼ ਹਨਾ ਤੁਸੀਂ ਅਲੱਗ-ਅਲੱਗ ਚੈਨਲਾਂ ਤੋਂ ਉੱਧਰ ਮਤਲਬ ਉਹ ਚੀਜ਼ਾਂ ਨਾ ਪੜ੍ਹੋ ਯਾਰ, ਜਿਹੜੀਆਂ ਨਹੀਂ ਸਾਡੇ ਲਈ ਜ਼ਰੂਰੀ। ਸਿਰਫ ਉਹੀ ਚੀਜ਼ਾਂ ਪੜ੍ਹੋ ਜਿਹੜੀਆਂ ਸਾਡੇ PSTET ਦੇ ਪੇਪਰ ਵਜੋਂ ਜ਼ਰੂਰੀ ਆ, ਠੀਕ ਹੈ। ਹੁਣ ਮੈਂ ਤੁਹਾਨੂੰ ਮੇਨ ਚੀਜ਼ਾਂ ਹੀ ਪੜ੍ਹਾਈਆਂ ਵਾ, ਠੀਕ ਆ। ਸਾਨੂੰ ਬ੍ਰਹਮਚਾਰੀ ਦਾ ਕੁਐਸਚਨ ਵੀ ਆਇਆ ਸੀ, ਮੇਬੀ 2016 ਚ ਆਇਆ ਸੀ, ਠੀਕ ਹੈ। ਇਸ ਕਰਕੇ ਮੈਂ ਇਹ ਜਿਹੜੇ ਪੁਆਇੰਟ ਚੱਕੇ, ਠੀਕ ਆ। ਉਸ ਤੋਂ ਬਾਅਦ ਪਸਾਚਾ ਵਿਆਹ ਦਾ ਆਇਆ ਸੀ, ਠੀਕ ਹੈ। ਪਸਾਚਾ ਵਿਆਹ ਪੁੱਛਿਆ ਗਿਆ ਸੀ ਇੱਕ ਵਾਰੀ, ਠੀਕ ਹੈ। ਮੇਰੇ ਖਿਆਲ ਨਾਲ ਇਹ ਪਤਾ ਨਹੀਂ 13 ਕਿ 14 ਵਾਲੇ ਪੇਪਰ ਚ ਆਇਆ ਸੀ, ਠੀਕ ਹੈ। ਧਾਰਮਿਕ ਦਸ਼ਾ ਦੇ ਵਿੱਚ ਅਸ਼ਵਮੇਧ ਜੱਗ ਵਾਲਾ ਕੁਐਸਚਨ ਆਇਆ ਸੀ, ਠੀਕ ਆ। ਜੇ ਅਸੀਂ ਗੱਲ ਕਰੀਏ ਤੇ ਇਹਦੇ ਵਿੱਚ ਉਹਨਾਂ ਨੇ ਪ੍ਰਮੁੱਖ ਕਿੱਤਾ ਪੁੱਛਿਆ ਸੀ, ਉੱਤਰ ਵੈਦਿਕ ਕਾਲ ਦਾ ਮੁੱਖ ਕਿੱਤਾ ਖੇਤੀਬਾੜੀ। ਸੋ ਤੁਸੀਂ ਆਪ ਸੋਚੋ ਵੀ ਇਹਨਾਂ ਵਿੱਚੋਂ ਕੋਈ ਵੀ ਏਦਾਂ ਦਾ ਪੁਆਇੰਟ ਹੈਗਾ ਜਿਹੜਾ ਕਿ ਤੁਹਾਡੇ ਲਈ ਇੰਪੋਰਟੈਂਟ ਨਹੀਂ ਆ।
ਇੰਪੋਰਟੈਂਟ ਚੀਜ਼ ਹੀ ਮੈਂ ਕਰਵਾਈ ਆ। ਸੋ ਹੋਪ ਸੋ ਤੁਹਾਨੂੰ ਇਹ ਕੰਟੈਂਟ ਬਹੁਤ ਹੀ ਵਧੀਆ ਲੱਗਿਆ ਹੋਊਗਾ। ਹੁਣ ਆਪਣਾ ਮਤਲਬ ਵੀ ਆਪਣਾ ਪ੍ਰੀ ਹਿਸਟੋਰਿਕ ਪੀਰੀਅਡ ਵੀ ਨਿਬੜ ਗਿਆ, ਪ੍ਰੋਟੋ ਹਿਸਟੋਰਿਕ ਪੀਰੀਅਡ ਵੀ ਨਿਬੜ ਗਿਆ ਤੇ ਹਿਸਟੋਰਿਕ ਪੀਰੀਅਡ ਵੀ ਨਿਬੜ ਗਿਆ। ਤੇ ਹੁਣ ਆਪਣਾ ਅੱਗੇ ਸਟਾਰਟ ਹੋਊਗਾ ਆਪਣਾ ਜੈਨ ਧਰਮ ਅਤੇ ਬੁੱਧ ਧਰਮ। ਤੇ ਇੱਥੇ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦੀ ਵੀ ਅਗਲੀ ਕਲਾਸ ਤੇ ਮਿਸ ਤੁਸੀਂ ਕਰਨੀ ਨਹੀਂ, ਕਿਉਂਕਿ ਅਕਸਰ ਜਦੋਂ ਅਸੀਂ ਜੈਨ ਧਰਮ ਬੁੱਧ ਧਰਮ ਬਾਰੇ ਪੜ੍ਹਦੇ ਹਾਂ ਤੇ ਅਸੀਂ ਜਦੋਂ ਉਹਨਾਂ ਦੇ ਜਨਮ, ਉਹਨਾਂ ਨੂੰ ਗਿਆਨ ਪ੍ਰਾਪਤੀ ਜਾਂ ਏਦਾਂ ਕੁਝ ਵੀ ਏਦਾਂ ਦੇ ਪੁਆਇੰਟ ਅਸੀਂ ਪੜ੍ਹਦੇ ਹਾਂ ਤੇ ਅਸੀਂ ਭੁਲੇਖਾ ਖਾ ਜਾਂਦੇ ਹਾਂ ਵੀ ਮਤਲਬ ਬੁੱਧ ਧਰਮ ਦੇ ਵਿੱਚ ਕਹਿ ਲਈਏ ਵੀ ਗੌਤਮ ਬੁੱਧ ਦਾ ਜਨਮ ਕਦੋਂ ਹੋਇਆ, ਭਗਵਾਨ ਮਹਾਂਵੀਰ ਦਾ ਜਨਮ, ਉਹਦੇ ਵਿੱਚ ਅਸੀਂ ਭੁਲੇਖਾ ਖਾ ਜਾਂਦੇ ਹਾਂ ਵੀ ਉਹਦੇ ਜਨਮ ਨੂੰ ਉਹਦੇ ਨਾਲ ਜੋੜ ਦਿੱਤਾ ਜਾਂਦਾ, ਉਹਦੇ ਜਨਮ ਨੂੰ ਉਹਦੇ ਨਾਲ ਜੋੜ ਦਿੱਤਾ ਜਾਂਦਾ ਵਾ। ਸੋ ਤੁਹਾਡੀ ਇਹੀ ਪ੍ਰੋਬਲਮ ਨੂੰ ਦੂਰ ਕਰਨ ਵਾਸਤੇ ਮੈਂ ਕਲਾਸ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਲੈ ਕੇ ਆਉਂਗੀ, ਜੈਨ ਧਰਮ ਦੀ ਵੀ ਬੁੱਧ ਧਰਮ ਦੀ ਵੀ। ਸੋ ਉਹ ਤੁਸੀਂ ਉਹਦੇ ਵਾਸਤੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਤੁਹਾਨੂੰ ਮੇਰੀ ਕਲਾਸ ਦਾ ਨੋਟੀਫਿਕੇਸ਼ਨ ਜਿਹੜਾ ਵਾ ਮਿਲ ਸਕੇ। ਤੇ ਮਿਲਦੇ ਆਪਾਂ ਅਗਲੀ ਕਲਾਸ ਦੇ ਵਿੱਚ, ਜਿਹਦੇ ਵਿੱਚ ਆਪਾਂ ਜੈਨ ਧਰਮ ਤੇ ਬੁੱਧ ਧਰਮ ਬਾਰੇ ਪੜਾਂਗੇ। ਸਤਿ ਸ਼੍ਰੀ ਅਕਾਲ।